ਹੁਣ 10-12 ਮਿੰਟ ਦੁਆਰਾ ਸੰਤ ਗੇਜਾ ਸਿੰਘ ਜੀ ਆਪ ਜੀ ਨੂੰ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਦਾਸ ਬੇਨਤੀ ਕਰਦੇ ਵੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਕੀਰਤਨੀਏ ਪਹੁੰਚ ਚੁੱਕੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਉੱਪਰ ਆ ਜਾਣ। 10-12 ਮਿੰਟ ਦੁਆਰਾ ਭਾਈ ਸਾਹਿਬ ਭਾਈ ਸੰਤ ਬਾਬਾ ਗੇਜਾ ਸਿੰਘ ਜੀ ਨਿਹਾਲ ਕਰਨਗੇ। ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ ਵੀ ਆਏ ਹਨ। ਸੰਤ ਬਾਬਾ ਜਗਜੀਤ ਸਿੰਘ ਜੀ ਨਾਨਸਰ ਬਲਾਡੇ ਵਾਲੇ ਉਹ ਵੀ ਦਰਸ਼ਨ ਦਿਦਾਰੇ ਦੇ ਰਹੇ ਹਨ। ਸਮੇਂ 'ਚੋਂ ਸਮਾਂ ਕੱਢ ਕੇ ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਸਮਾਂ ਦਿੱਤਾ ਜਾਵੇ। ਵੈਸੇ ਬੜਾ ਸੋਹਣਾ ਮਾਹੌਲ ਉਸ ਵਕਤ ਬਣਿਆ ਰਹਿੰਦਾ ਹੈ ਜਦੋਂ ਇੱਕ ਦੋ ਇੱਕ ਝੜਨਦੀਆਂ, ਜਿਵੇਂ ਰਾਤੀ ਦੀਵਾਨ ਸੀਗਾ, ਕਿਤਨਾ ਸੋਹਣਾ ਲੜੀਵਾਰ ਸਤਸੰਗੀ ਜਨੋਂ, ਕਿੰਨੇ ਸੋਹਣੇ ਪ੍ਰਸੰਗ ਸਾਰੇ ਗੁਰਮੁਖ ਪਿਆਰਿਆਂ ਨੇ ਸਰਵਣ ਕਰਾਏ। ਸੰਤ ਗੇਜਾ ਸਿੰਘ ਜੀ 10-12 ਮਿੰਟ ਦੁਆਰਾ ਨਿਹਾਲ ਕਰਨਗੇ। ਸਰਵਣ ਕਰੀਏ। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद जप आद सच जोगाद सच है पी सच नानक होसी पी सच नाए मनिया दुख भुख गई जिन नाम चित लाया नानक नाम तिनी सलाहया जिना गुरु मिलाया कहाँ तुझ प्रभ बुद्ध हमारी बरन सके महिमा जो तुहारी हम न सकत कर सिफत तुम्हारी आप ले हो तुम कथा सुधारी। दसां गुरुआं दी जोत श्री गुरु ग्रंथ साहिब जी दी पावन हजूरी विच अपने जीवन का समा सफला कर रहे गुरु सवारी साध संगत जी सतगुरां दी बख्शी हुई फतेह सांझी करिए। वाहिगुरु जी का खालसा वाहिगुरु जी की फतेह। गुरमुखो, गुरमत दा सारा संदेश, गुरमत दी सारी सिक्ख्या मन दे प्रति है, बुद्ध दे प्रति है, समझ दे प्रति है। ते संपूर्ण मनोरथ दी प्राप्ति तद हुंदी है जदों कोई सुन के समझ के मन के उसनू जीवन विच घटा ले, मतलब जीवन उस अनुसार करना। बोलन वाले बहुत होणगे, गाउण वाले भी बहुत ने, पर सुनने वाले उतने नहीं होंगे। हो सकता सुनने वाले भी बहुत होण, पर सुन के समझण वाले घट होंगे। अज दा समा पढ़िया लिखिया दा है, हो सकता है समझण वाले भी बहुत होण, पर समझ के कमाउण वाले मनण वाले बहुत घट होंगे। पर जद तक सुन के समझ के मन ना लिया जावे तद तक जीवन दे मनोरथ दी प्राप्ति नहीं हो सकती। सतगुरु जी ने गुरबाणी विच भी ये गल आखी, गाविया सुनिया तिनका हर थाए पावै जिन सतगुर की आज्ञा सत सत कर मानी। गल है सुन के समझ के मनन दी, ते जेकर मन्निया नहीं, सुन के मनन तो बगैर कोई चोर, कोई ठग, कोई बिजनेसमैन, होर कुछ भी हो सकता है, पर गुरमुख नहीं हो सकता। और ये भी बहुत जरूरी है कि मनन वास्ते, कमाउण वास्ते पहला समझना पैंदा है, ते समझण वास्ते पहला सुनना हुंदा है, सुनने वास्ते पहला गाउणा भी होएगा, और गाउण तो गाउण वास्ते पहला पढ़ना भी होएगा। पवित्र गुरबाणी दा पाठ तां करना ही होएगा समझण लई, ते समझना होएगा मनन लई, कमाउण लई। जे कमाया नहीं ते जीवन दी बाजी
ਜਿੱਤੀ ਨਹੀਂ ਜਾ ਸਕਦੀ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਫਰਮਾਨ ਕੀਤਾ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਦੇਖਣਾ ਕਿਤੇ ਐਸਾ ਜੀਵਨ ਨਾ ਜੀ ਜਾਣਾ ਕਿ ਦਰਗਾਹ ਵਿੱਚ ਜਾ ਕੇ ਸ਼ਰਮਿੰਦਗੀ ਹੋਵੇ। ਤੇ ਉਸ ਸ਼ਰਮਿੰਦਗੀ ਤੋਂ ਬਚਣ ਲਈ ਸਤਿਗੁਰੂ ਜੀ ਦਾ ਉਪਦੇਸ਼ ਹੈ, ਮੰਨੈ ਨਾਉ ਸੇਈ ਜਨ ਜਾਏ ਔਰੀ ਕਰਮ ਨਾ ਲੇਖੇ ਲਾਏ। ਪਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਗੈਰ, ਗੁਰੂ ਦੇ ਹੁਕਮ ਨੂੰ ਮੰਨਣ ਤੋਂ ਬਗੈਰ ਹੋਰ ਜਿਤਨੇ ਕਰਮ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਕਿਸੇ ਲੇਖੇ ਵਿੱਚ ਨਹੀਂ। ਹੋਰ ਕਰਮ ਕਿਹੜੇ? ਸਹਿੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ, ਅਜਸ ਰੋਏ ਭਿਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਬੜੇ ਬੜੇ ਕਰਮ ਕਰਨ ਵਾਲਿਆਂ ਨੂੰ, ਦਾਨ ਕਰਨ ਵਾਲਿਆਂ ਨੂੰ, ਹੋਰ ਨਿਯਮ ਕਰਨ ਵਾਲਿਆਂ ਨੂੰ ਪਛਤਾਉਣਾ ਪਿਆ। ਕਿਉਂ ਪਛਤਾਉਣਾ ਪਿਆ? ਕਿਉਂਕਿ ਹੋਰ ਕਰਮ ਤਾਂ ਕਰਦੇ ਰਹੇ ਪਰ ਗੁਰੂ ਦੇ ਹੁਕਮ ਨੂੰ ਮੰਨਿਆ ਨਹੀਂ। ਸਤਿਗੁਰੂ ਜੀ ਗੁਰਬਾਣੀ ਵਿੱਚ ਵਿਦਵਾਨਾਂ ਪ੍ਰਤੀ ਇੱਥੋਂ ਤੱਕ ਕਹਿੰਦੇ ਨੇ, ਪੰਡਤ ਰੋਵੇ ਗਿਆਨ ਗਵਾਏ, ਐਸੀ ਦਰਗਹਿ ਮਿਲੇ ਸਜਾਏ। ਪੰਡਤ ਬੜੇ ਬੜੇ ਵਿਦਵਾਨਾਂ ਨੂੰ, ਬੜੇ ਬੜੇ ਵਿਚਾਰਵਾਨਾਂ ਨੂੰ, ਜਿਹੜੇ ਪਰਮਾਤਮਾ ਦੀ ਵਿਚਾਰ ਕਰਦੇ ਰਹੇ, ਜਿਹੜੇ ਪਰਮਾਤਮਾ ਦੇ ਸੰਬੰਧ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ, ਉਹਨਾਂ ਨੂੰ ਵੀ ਪਛਤਾਉਣਾ ਪਿਆ। ਕਿਉਂ ਪਛਤਾਉਣਾ ਪਿਆ? ਗਿਆਨ ਦੀ ਚਰਚਾ ਕਰਦੇ ਰਹੇ, ਵਿਚਾਰਾਂ ਕਰਦੇ ਰਹੇ ਪਰ ਮੰਨਿਆ ਨਹੀਂ, ਉਸ ਨੂੰ ਕਮਾਇਆ ਨਹੀਂ। ਇਸ ਕਰਕੇ ਪਛਤਾਉਣਾ ਪਿਆ। ਅੱਜ ਦਾ ਸਿੱਖ ਵੀ ਟੈਨਸ਼ਨ ਵਿੱਚ ਵੀ ਬਹੁਤ ਹੈ, ਕਲਪਦਾ ਵੀ ਬਹੁਤ ਹੈ, ਪਰੇਸ਼ਾਨ ਵੀ ਬਹੁਤ ਹੈ, ਗੁਰਦੁਆਰੇ ਵੀ ਆਉਂਦਾ ਹੈ, ਪਾਠ ਵੀ ਕਰਦਾ, ਬਾਣੀ ਵੀ ਪੜ੍ਹਦਾ, ਫਿਰ ਵੀ ਘਬਰਾਹਟ ਕਿਉਂ? ਕਾਰਨ ਹੈ ਕਿ ਗਾਉਂਦਾ ਬਹੁਤ ਹੈ, ਸੁਣਦਾ ਬਹੁਤ ਹੈ, ਹੋ ਸਕਦਾ ਸਮਝਦਾ ਵੀ ਹੋਵੇ ਪਰ ਮੰਨਦਾ ਨਹੀਂ, ਕਮਾਉਂਦਾ ਨਹੀਂ। ਤੇ ਕਮਾਉਣ ਤੋਂ ਬਗੈਰ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਗੁਰੂ ਨਾਨਕ ਪਾਤਸ਼ਾਹ ਕੌਡੇ ਰਾਕਸ਼ ਨੂੰ ਮਿਲੇ, ਭੂਮੀਏ ਚੋਰ ਨੂੰ ਮਿਲੇ, ਇੱਕ ਵਾਰ ਮਿਲੇ। ਭੂਮੀਏ ਡਾਕੂ ਨੇ ਇਹ ਗੱਲ ਮੰਨੀ ਕਿ ਜਿਹੜਾ ਮੇਰਾ ਪਿਛਲਾ ਜੀਵਨ ਹੈ ਉਹ ਪਾਪ ਕਰਦਿਆਂ, ਠੱਗੀਆਂ ਕਰਦਿਆਂ, ਚੋਰੀ ਕਰਦਿਆਂ ਬਤੀਤ ਹੋਇਆ। ਇਹ ਗੱਲ ਮੰਨੀ ਤੇ ਅੱਗੇ ਤੋਂ ਮੰਨਣ ਵੀ ਕੀਤਾ। ਭੂਮੀਏ ਨੇ ਮੁੜ ਕੇ ਨਿਯਮ ਦੀ ਉਲੰਘਣਾ ਕਰਕੇ ਚੋਰੀ ਨਹੀਂ ਕੀਤੀ। ਸੱਜਣ ਠੱਗ ਨੇ ਮੁੜ ਕੇ ਠੱਗੀ ਨਹੀਂ ਕੀਤੀ। ਪਰ ਅੱਜ ਦਾ ਸਿੱਖ ਰੋਜ਼ ਮੰਨਦਾ ਕਿ ਮੈਂ ਇਹ ਕਰਮ ਨਹੀਂ ਕਰਨਾ, ਪਰ ਜਦੋਂ ਸ਼ਾਮ ਨੂੰ ਆਉਂਦਾ, ਸਮਾਂ ਆਉਂਦਾ, ਕੰਮ ਫਿਰ ਇਹੀ ਕਰਦਾ। ਮੇਰੇ ਕੋਲੋਂ ਕੋਈ ਗਲਤੀ ਹੋ ਗਈ, ਮੈਂ ਮੰਨ ਲਈ, ਪਰ ਮੰਨਣ ਨਹੀਂ ਹੋਇਆ। ਮੰਨਣ ਤਾਂ ਤਦੋਂ ਹੋਏਗਾ ਜਦੋਂ ਉਹ ਗਲਤੀ ਦਾ ਸਮਾਂ ਦੁਬਾਰਾ ਆਵੇ ਤੇ ਮੈਂ ਨਾ ਕਰਾਂ। ਜੇ ਮੈਂ ਉਹ ਗਲਤੀ ਬਾਰ-ਬਾਰ ਕਰਾਂ ਫਿਰ ਮੰਨਿਆ ਕਾਹਦਾ? ਅਸਲ ਵਿੱਚ ਸਿੱਖ ਤਾਂ ਹੁੰਦਾ ਹੀ ਉਹ ਹੈ ਜੋ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਜਿਸ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਨਹੀਂ ਉਹ ਸਿੱਖ ਕਾਹਦਾ? ਸਰੀਰਾਂ ਦਾ ਜਨਮ ਮਾਤਾ ਦੀ ਕੁੱਖ ਚੋਂ ਹੁੰਦਾ ਹੈ। ਮਨਮੁਖ ਦੇ ਸਰੀਰ ਦਾ ਜਨਮ ਵੀ ਮਾਤਾ ਦੀ ਕੁੱਖ ਚੋਂ ਹੁੰਦਾ ਹੈ। ਗੁਰਮੁਖ ਦੇ ਸਰੀਰ ਦਾ ਜਨਮ ਵੀ ਮਾਤਾ ਦੀ ਕੁੱਖ ਚੋਂ ਹੁੰਦਾ ਹੈ। ਪਰ ਦੇਖਣਾ ਇਹ ਹੈ ਕਿ ਸਰੀਰ ਦਾ ਜਨਮ ਲੈ ਕੇ ਜੀਵਨ ਦਾ ਜਨਮ ਕਿੱਥੋਂ ਹੋਇਆ। ਜੇਕਰ ਸਤਸੰਗ ਵਿੱਚ ਆ ਕੇ ਗੁਰੂ ਦੇ ਹੁਕਮ ਨੂੰ ਸੁਣ ਕੇ ਉਸ ਨੂੰ ਸਮਝ ਕੇ ਜੀਵਨ ਵਿੱਚ ਘਟਾ ਲਿਆ, ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ, ਗੁਰਮੰਤਰ ਨੂੰ ਜਪ ਕੇ ਆਪਣੀ ਮੈਂ ਤੇ ਮੇਰੀ ਨੂੰ ਮਾਰ ਕੇ ਨਿਜ ਸਰੂਪ ਆਤਮਾ ਨੂੰ ਜਾਣ ਲਿਆ, ਉਸ ਨੂੰ ਗੁਰਸਿੱਖ ਕਹਿੰਦੇ ਨੇ। ਤੇ ਜੇਕਰ ਸਿੱਖਾਂ ਦੇ ਘਰੇ ਜੰਮ ਕੇ ਕੋਈ ਕਹੇ ਕਿ ਮੈਂ ਸਿੱਖ ਹਾਂ, ਐਸਾ ਗੁਰਮਤਿ ਵਿੱਚ ਪ੍ਰਵਾਨ ਨਹੀਂ। ਜਿਸ ਤਰ੍ਹਾਂ ਕੋਈ ਬੰਦਾ, ਬੱਚਾ ਮਾਸਟਰ ਦੇ ਘਰੇ ਜਨਮ ਲੈ ਲੈ ਤੇ ਉਹ ਆਪਣੇ ਆਪ ਨੂੰ ਸਮਝੇ ਕਿ ਮੈਂ ਮਾਸਟਰ ਹਾਂ, ਇਹ ਨਹੀਂ ਹੋ ਸਕਦਾ। ਉਹ ਮਾਸਟਰ ਕਦੋਂ ਬਣੇਗਾ? ਜਦੋਂ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰਕੇ ਮਾਸਟਰ ਡਿਗਰੀ ਹਾਸਲ ਕਰ ਲੈ। ਜਿਸ ਬੱਚੇ ਨੇ ਮਾਸਟਰ ਡਿਗਰੀ ਹਾਸਲ ਕਰ ਲਈ ਉਹ ਭਾਵੇਂ ਤਾਂ ਮਾਸਟਰ ਦੇ ਘਰੇ ਜੰਮਿਆ ਹੋਵੇ
ते भावें किसी गैर दे, जिसने विद्या प्राप्त करके मास्टर डिग्री हासिल कर ली वो मास्टर हो गया। ठीक इस तरह जिस मनुख ने जन्म लैके भावें किसी परिवार में जन्म लिया, गुरु की सिक्ख्या नूं सुन के कमा लिया, मन लिया, वो गुरसिख हो गया। सतगुरु तेग बहादुर जी नूं उदासिया ने यह सवाल पूछया सी कि सतगुरु जी सिख कौन ने? तो सतगुरु जी ने यही कहा सी, जिसने गुरु की सिक्ख्या नूं मन के, सुन के, समझ के, मन के अपने निज स्वरूप आत्मा नूं जान लिया, वो गुरसिख ने। उदासी कहन लगे, सतगुरु जी उन्हां दी संसार ते पहचान की है? ते सतगुरु जी कहन लगे, भै काहू को देत नह, नह भै मानत आन। वो ना तो किसी नूं भै दिंदे ने ते ना किसी दे भै दे अधीन हुंदे ने, वो सब नाल बरोबर दा जीवन जिउंदे ने। तो उदासी कहन लगे, सतगुरु जी इस तत्त दी, इस पद की प्राप्ति किद्दां हुंदी है? ते सतगुरु जी ने फरमाया, जिन्नी सुन के मन्निया तिना निज घर वास है। जिन्हां ने सुन के समझ के मन लिया, जिन्हां दे आपां समागम मना रहे हैं, इन्हां दी वडियाई यही है। आपां जां उस समय दे होर बहुत मनुख जिहड़ी सिक्ख्या बाबा ईसर सिंह जी नूं मिली, होर लोकां ने भी बहुत सुनी पर उन्हां मन्नी नहीं, कमाई नहीं। ते बाबा ईसर सिंह जी की सिक्ख्या होर गुरमुख प्यारिਆਂ ने भी बहुत सुनी जिहड़े उस टाइम सन, पर जिहड़ी बाबा जंग सिंह जी ने सुन के कमा लई। जदों उन्होंने कमा लई ते जिहड़ा सतगुरु जी का हुक्म है, जिन्नी सुन के मन्निया, जिस मनुख ने अपने मुरशद, अपने गुरु, अपने अध्यात्म की विद्या नूं सुन के मन लिया, उन्होंने प्राप्ति उही हुई जिहड़ी सतगुरु जी ने बचन कीते ने, जिन्नी सुन के मन्निया तिन्ना निज घर वास है। उन्हां दा अपने निज स्वरूप का अनुभव उन्हां नूं हो गया। जिस तरह सतगुरु तेग बहादुर जी जदों दिल्ली चांदनी चौक दे विच शरीर त्यागदे ने, ते उस तो बाद सतगुरु गुरु गोबिंद सिंह जी महाराज उन्हां दे संबंध विच फरमान करते ने, ठीकर फोड़ दलीस सिर, कि दिल्ली का जिहड़ा मालिक है, दिल्ली का जिहड़ा राजा है, मैं अपने शरीर का भांडा उहदे सिर भन दिता है। किद्दां भन्निया? वो अपने आप नूं शरीर ते अपने निज स्वरूप आत्मा नूं जो परमात्मा विच अभेद है उसनूं अलग अलग जानते हैं। तो ये जिहड़ा कुर्बानी वाला सुभाव है, कुर्बानी वाली दृढ़ता है, ये उही कर सकता है जो शरीर के धर्मां तो, जो शरीर के निजमां तो उत्ते हो गया हो। बाबा जंग सिंह जी महाराज जींदे जी बाबा ईसर सिंह जी का हुक्म मन के उस अनुसार जीवन जी के, नाम जप के, अपने निज नूं जान के इस शरीर तो अलग अनुभव कर चुके सी। ते जदों परिस्थितियां आईयां उन्होंने भोरा झिझक ना आई। उन्होंने परिस्थितियां देखियां, बीबियां दे उत्ते अत्याचार हुंदा, बच्चों के उत्ते अत्याचार हुंदा देख के ते कहन लगे कि बेगनाहां नूं क्यों मार दे, जे तुहाडा सीने ठंडा नहीं हुंदा ते दास ते मारो। कहण तो भाव कि जेड़ा मनुख अपने निज नूं जींदे जी जान लैंदा है, वो संसार के धर्मां तो, शरीर के धर्मां तो उत्ते हो जाता, वो जींदे जी मुक्त हुंदा। उन्होंने कोई परमात्मा का अस्थान सचखंड लभना नहीं पैंदा, वो जींदे जी गुरु हुक्म विच सचखंड में रहंदा। ते ये जिहड़ियां दातां ने ये सारियां मिलदियां ने गुरु हुक्म नूं मन के, ते जिन्हां ने मन्निया आपां उन्हां दे दिन मना रहे हैं। ते जेकर आपां भी गुरु उपदेश नूं जीवन विच मन्नांगे, घटावांगे, ते आपां नूं ये अवस्थावां प्राप्त हो सकदियां ने। इत्थे ही मैं समाप्ति करदा। होईयां भुल्लां दी खिमा, फतेह दा जवाब फतेह विच देना। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਗੇਜਾ ਸਿੰਘ ਜੀ ਦੇ ਕੋਲੋਂ ਆਪ ਜੀ ਨੇ ਉਹਨਾਂ ਦੇ ਵਿਚਾਰ ਸਰਵਣ ਕੀਤੇ। ਬਹੁਤ ਬਹੁਤ ਧੰਨਵਾਦ ਹੈ।